ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ ਹਿਸਟਰੀ ਦੀ ਕਲਾਸ ਦੂਜੀ ਲੈ ਕੇ ਆਏ ਹਾਂ, ਜਿਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨਜ਼ ਹਨ। ਸੋ ਤੁਸੀਂ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੀ ਇਸ ਕਲਾਸ ਨੂੰ ਸਟਾਰਟ ਕਰਦੇ ਹਾਂ। ਸੋ ਕੀ ਹੈ ਪਹਿਲਾ ਪ੍ਰਸ਼ਨ ਹੈ, ਕਹਿੰਦਾ ਰੋਲਟ ਐਕਟ ਕਦੋਂ ਲਾਗੂ ਹੋਇਆ ਸੀਗਾ? 1919 ਦੇ ਵਿੱਚ, 1918 ਦੇ ਵਿੱਚ, 1917 'ਚ ਜਾਂ 1916 'ਚ। ਸੋ ਜੋ ਰੋਲਟ ਐਕਟ ਲਾਗੂ ਹੋਇਆ ਸੀ, ਇਹ ਹੋਇਆ ਸੀ 1919 ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਇਹ ਜੋ ਰੋਲਟ ਐਕਟ ਲਾਗੂ ਹੋਇਆ ਸੀਗਾ, ਇਹ ਇੱਕ ਤਰ੍ਹਾਂ ਦਾ ਕਾਲਾ ਕਾਨੂੰਨ ਸੀਗਾ। ਇਹਨੂੰ ਬਲੈਕ ਬਿੱਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂ ਜਾਣਿਆ ਜਾਂਦਾ ਹੈ? ਕਿਉਂਕਿ ਇਹ ਐਕਟ ਦੇ ਅਕੋਰਡਿੰਗ ਕੀ ਸੀਗਾ, ਜੋ ਬ੍ਰਿਟਿਸ਼ ਸਰਕਾਰ ਸੀਗੀ, ਉਹ ਕੀ ਸੀ, ਉਹਨਾਂ ਨੇ ਇੱਕ ਅਧਿਨਿਯਮ ਲਾਗੂ ਕੀਤਾ ਸੀ, ਇੱਕ ਕੀ ਮਤਲਬ ਕਿ ਕਾਨੂੰਨ ਲਾਗੂ ਕੀਤਾ ਸੀ। ਇਹਦੇ ਅਨੁਸਾਰ ਕੀ ਸੀਗਾ, ਜੇਕਰ ਕੋਈ ਭਾਰਤੀ ਉਹਨਾਂ ਦਾ ਵਿਰੋਧ ਕਰਦਾ ਸੀ ਜਾਂ ਇਕੱਠੇ ਹੁੰਦੇ ਸੀ, ਉਹ ਬਿਨਾਂ ਕਿਸੇ ਵਾਰੰਟ ਜਾਰੀ ਕੀਤੇ ਜਾਂ ਕੁਝ ਵੀ ਕੀਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਵੀ ਉਹ ਕਿਸੇ ਵੀ ਭਾਰਤੀ ਨੂੰ ਗ੍ਰਿਫਤਾਰ ਕਰ ਸਕਦੇ ਸੀਗੇ। ਸੋ ਇਸ ਦੇ ਅਕਾਰਡਿੰਗ ਮਤਲਬ ਕਿ ਕੀ ਸੀਗਾ, ਕੋਈ ਵੀ ਵਿਅਕਤੀ ਕੋਲ ਨਾ ਅਪੀਲ ਸੀਗੀ ਨਾ ਦਲੀਲ ਸੀਗੀ। ਸੋ ਇਹ ਕੀ ਸੀਗਾ, ਇੱਕ ਉਹਨਾਂ ਨੇ ਇਹ ਰੋਲਟ ਐਕਟ ਲਾਗੂ ਕੀਤਾ ਸੀਗਾ ਭਾਰਤੀਆਂ 'ਤੇ 1919 ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੀ ਹੈ, ਕਹਿੰਦਾ ਚੌਲ ਰਾਜਵੰਸ਼ ਦਾ ਸੰਸਥਾਪਕ ਕੌਣ ਸੀਗਾ? ਵਿਜੇ ਜਾਲਿਆ ਚੌਲਾ, ਅਦਿੱਤੇ ਚੌਲਾ, ਰਜਿੰਦਰ ਚੌਲਾ ਜਾਂ ਉੱਤਮ ਚੌਲਾ? ਬਹੁਤ ਇੰਪੋਰਟੈਂਟ ਪ੍ਰਸ਼ਨ ਆ PS ਟੈਟ ਲਈ ਅਤੇ C ਟੈਟ ਲਈ ਵੀ। ਜੋ ਵੀ C ਟੈਟ ਦੀ ਵੀ ਤਿਆਰੀ ਕਰਦਾ ਅਤੇ PS ਟੈਟ ਲਈ ਤਾਂ ਖਾਸ ਹੈ ਹੀ ਹੈ। ਸੋ ਇਹ ਚੌਲ ਰਾਜਵੰਸ਼ ਦੀ ਜੋ ਕਿ ਸਥਾਪਨਾ ਕੀਤੀ ਸੀ ਜਾਂ ਸੰਸਥਾਪਕ ਸੀਗਾ, ਉਹ ਸੀਗਾ ਵਿਜੇ ਜਾਲਿਆ ਚੌਲਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਕੀ ਹੈ ਚੌਲ ਰਾਜ ਬਾਰੇ? ਕਹਿੰਦਾ ਚੌਲਾਂ ਨੂੰ ਭਾਰਤ ਦੇ ਦੱਖਣੀ ਖੇਤਰਾਂ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜਵੰਸ਼ਾਂ ਵਿੱਚੋਂ ਇੱਕ ਯਾਦ ਕੀਤਾ ਜਾਂਦਾ ਹੈ। ਚੌਲ ਸਾਮਰਾਜ ਦੀ ਸਥਾਪਨਾ ਵਿਜੇ ਜਾਲਿਆ ਦੁਆਰਾ ਕੀਤੀ ਗਈ ਸੀਗੀ। ਮਤਲਬ ਕਿ ਦੱਖਣੀ ਖੇਤਰਾਂ ਵਿੱਚ, ਜੋ ਦੱਖਣੀ ਖੇਤਰ ਮੀਨਜ਼ ਜਿਵੇਂ ਕਿ ਨੀਚੇ ਵਾਲਾ ਖੇਤਰ ਭਾਰਤ ਦਾ, ਆਹ ਇਲਾਕਾ ਆ ਗਿਆ ਸਾਰਾ ਦੱਖਣੀ ਇਲਾਕਾ। ਸੋ ਇੱਥੇ ਕੀ ਸੀਗਾ, ਸਭ ਤੋਂ ਲੰਬੇ ਸਮੇਂ ਤੱਕ ਕੋਈ ਜੋ ਰਾਜ ਕਰਨ ਵਾਲੇ ਸੀਗੇ, ਉਹਨਾਂ ਦੇ ਵਿੱਚੋਂ ਇੱਕ ਰਾਜਵੰਸ਼ਾਂ ਵਿੱਚੋਂ ਸੀਗਾ ਇਹ। ਸੋ ਇਹਦੀ ਸਥਾਪਨਾ ਕੀਤੀ ਸੀਗੀ ਵਿਜੇ ਜਾਲਿਆ ਦੁਆਰਾ। ਉਸਨੇ 8ਵੀਂ ਸਦੀ ਵਿੱਚ ਤੰਜੌਰ ਰਾਜ 'ਤੇ ਕਬਜ਼ਾ ਕੀਤਾ ਅਤੇ ਪੱਲਵਾਂ ਨੂੰ ਹਰਾ ਕੇ ਸ਼ਕਤੀਸ਼ਾਲੀ ਚੌਲਾਂ ਦੀ ਉਭਾਰ ਦੀ ਅਗਵਾਈ ਕੀਤੀ ਸੀਗੀ। ਸੋ ਅਲੱਗ-ਅਲੱਗ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈਗਾ, ਜਿਵੇਂ ਕਿ ਪਿਛਲੇ ਸਾਲ ਟੈਟ ਦੇ ਵਿੱਚ ਕੀ ਪੁੱਛਿਆ ਗਿਆ ਸੀਗਾ ਕਿ ਚੌਲਾਂ ਨੇ ਕਿਸ ਨੂੰ ਹਰਾਇਆ ਸੀ? ਸੋ ਕਿਸ ਨੂੰ ਹਰਾਇਆ ਸੀ? ਪੱਲਵਾਂ ਨੂੰ ਹਰਾਇਆ ਸੀਗਾ। ਇਹ ਪ੍ਰਸ਼ਨ ਪੇਪਰ, ਕਿਉਂਕਿ ਚੌਲ ਰਾਜ ਡਿਜ਼ਨਟੀ ਨਾਲ ਰਿਲੇਟਡ ਅਲੱਗ-ਅਲੱਗ ਤਰੀਕੇ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹਰ ਸਾਲ ਪੇਪਰ ਦੇ ਵਿੱਚ। ਸੋ ਚੌਲ ਰਾਜਵੰਸ਼ ਦੱਖਣੀ ਰਾਜਵੰਸ਼ਾਂ ਵਿੱਚੋਂ ਸਭ ਤੋਂ ਮਹਾਨ ਸੀਗਾ। ਸੋ ਕਈ ਵਾਰ ਪੇਪਰ ਦੇ ਵਿੱਚ ਹੁਣ ਇੱਦਾਂ ਵੀ ਪੁੱਛਿਆ ਜਾ ਸਕਦਾ, ਜ਼ਰੂਰੀ ਨਹੀਂ ਉਹੀ ਪੇਪਰ ਰਿਪੀਟ ਹੋਵੇ ਪ੍ਰਸ਼ਨ। ਹੁਣ ਪੁੱਛਿਆ ਜਾ ਸਕਦਾ ਕਿ ਚੌਲ ਰਾਜਵੰਸ਼ ਕਿਹੜੇ ਮਤਲਬ ਕਿ ਉੱਤਰ ਜਾਂ ਦੱਖਣ ਦੇ ਵਿੱਚ ਕਿ ਰਾਜਵੰਸ਼ਾਂ ਵਿੱਚੋਂ ਇੱਕ ਸੀਗਾ। ਸੋ ਇਹ ਸੀਗਾ ਦੱਖਣੀ ਭਾਰਤ ਮੀਨਜ਼ ਇਹ ਨੀਚੇ ਵਾਲੇ ਇਲਾਕਿਆਂ ਵਿੱਚੋਂ ਇੱਕ ਸੀਗਾ। ਉਹਨਾਂ ਨੇ ਮਾਲਦੀਵ ਟਾਪੂ ਅਤੇ ਸ਼੍ਰੀਲੰਕਾ ਵਰਗੇ ਸਮੁੰਦਰ ਤੋਂ ਪਰੇ ਰਾਜ ਕੀਤਾ। ਦੇਖੋ, ਉਹਨਾਂ ਨੇ ਸ਼੍ਰੀਲੰਕਾ ਤੱਕ ਵੀ ਰਾਜ ਕੀਤਾ ਸੀਗਾ ਅਤੇ ਉਹਨਾਂ ਕੋਲ ਬਹੁਤ ਕੁਸ਼ਲ ਹੋਣ ਦੇ ਨਾਲ ਵੱਡੀ ਸਮੁੰਦਰੀ ਸ਼ਕਤੀ ਵੀ ਸੀ। ਸੋ ਚੌਲ ਰਾਜਵੰਸ਼ਾਂ ਨੇ ਤੰਜੌਰ 'ਤੇ ਕਬਜ਼ਾ ਕੀਤਾ ਅਤੇ ਪੱਲਵਾਂ ਨੂੰ ਹਰਾ ਕੇ ਇਹ ਕੀ ਕੀਤਾ ਸੀਗਾ, ਕਬਜ਼ਾ ਕੀਤਾ ਸੀਗਾ। ਵਿਜੇ ਜਾਲਿਆ ਚੌਲਾ ਦੁਆਰਾ ਇਹ ਕੀ ਸੀਗੀ, ਸਥਾਪਨਾ ਕੀਤੀ ਗਈ ਸੀਗੀ। ਉਹਨਾਂ ਨੇ ਕੀ ਸੀਗਾ, ਮਾਲਦੀਵ ਟਾਪੂ ਅਤੇ ਸ਼੍ਰੀਲੰਕਾ ਵਰਗੇ ਤੇ ਵੀ ਰਾਜ ਕੀਤਾ। ਕੁੱਲ ਮਿਲਾ ਕੇ ਉਹਨਾਂ ਨੇ ਭਾਰਤ ਦੇ ਕਿਹੜੇ ਰਾਜ ਉੱਤੇ ਜ਼ਿਆਦਾਤਰ ਕਬਜ਼ਾ ਕੀਤਾ ਹੋਇਆ ਸੀਗਾ? ਤਾਮਿਲਨਾਡੂ ਸਟੇਟ ਦੇ ਉੱਪਰ। ਸੋ ਇਹ ਸੀ ਚੌਲ ਰਾਜ ਬਾਰੇ ਜਾਣਕਾਰੀ। ਨੈਕਸਟ, ਇਲੋਰਾ ਦੇ ਮੰਦਰਾਂ ਦਾ ਨਿਰਮਾਣ ਕਿਹੜੇ ਸ਼ਾਸਕਾਂ ਨੇ ਕੀਤਾ ਸੀਗਾ? ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਆ PS ਟੈਟ ਦੇ ਲਈ ਜਾਂ C ਟੈਟ ਲਈ। ਸੋ ਇਲੋਰਾ ਦੇ ਮੰਦਰਾਂ ਦਾ ਨਿਰਮਾਣ ਚਾਲੁਕਿਆ,
ਪੱਲਵ ਸੁੰਗ ਜਾਂ ਰਾਸ਼ਟਰਕੂਟ। ਸੋ ਇਲੋਰਾ ਦੇ ਮੰਦਰਾਂ ਦਾ ਨਿਰਮਾਣ ਕੀਤਾ ਸੀਗਾ ਰਾਸ਼ਟਰਕੂਟ ਦੇ ਦੁਆਰਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਮੋਹਨਜੋਦੜੋ ਦੀ ਖੁਦਾਈ ਕਿਸ ਦੀ ਦੇਖ ਰੇਖ ਵਿੱਚ ਹੋਈ? ਇਹ ਵੀ ਬਹੁਤ ਇੰਪੋਰਟੈਂਟ ਹੈ ਪ੍ਰਸ਼ਨ। ਸੋ ਮੋਹਨਜੋਦੜੋ ਆਰ ਡੀ ਬੈਨਰਜੀ, ਦਇਆ ਰਾਮ ਸਾਹਨੀ, ਸਰ ਜੌਨ ਮਾਰਸ਼ਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਮੋਹਨਜੋਦੜੋ ਦੀ ਸਥਾਪਨਾ ਕੀਤੀ ਸੀ ਜਾਂ ਖੁਦਾਈ ਦੀ ਦੇਖ ਰੇਖ ਹੋਈ ਸੀਗੀ ਉਹ ਹੋਈ ਸੀਗੀ ਆਰ ਡੀ ਬੈਨਰਜੀ ਦੀ ਦੇਖ ਰੇਖ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਮੋਹਨਜੋਦੜੋ ਦੀ ਜੋ ਖੋਜ ਹੋਈ ਸੀਗੀ 1922 ਦੇ ਵਿੱਚ ਪੁਰਾਤੱਤਵ ਸਰਵੇਖਣ ਇੱਕ ਅਧਿਕਾਰੀ ਆਰ ਡੀ ਬੈਨਰਜੀ ਦੁਆਰਾ ਕੀਤੀ ਗਈ ਸੀਗੀ। ਕਦੋਂ ਕੀਤੀ ਗਈ ਸੀ? 1922 ਦੇ ਵਿੱਚ। ਸੋ ਮੋਹਨਜੋਦੜੋ ਪ੍ਰਾਚੀਨ ਸਿੰਧ ਘਾਟੂ ਦੀ ਸੱਭਿਅਤਾ ਦੇ ਸਭ ਤੋਂ ਵੱਡੇ ਬਸਤੀਆਂ ਵਿੱਚੋਂ ਇੱਕ ਸੀ ਅਤੇ ਦੁਨੀਆ ਦੇ ਸਭ ਤੋਂ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਸੀਗਾ। ਸੋ ਜ਼ਿਆਦਾ ਧਿਆਨ ਕਿਹਦੇ ਉੱਪਰ ਦੇਣਾ ਹੈਗਾ? ਮੋਹਨਜੋਦੜੋ ਦੀ ਖੁਦਾਈ ਕਦੋਂ ਹੋਈ ਸੀ? 1922 ਦੇ ਵਿੱਚ। ਕਿਹਦੇ ਦੁਆਰਾ ਕੀਤੀ ਗਈ ਸੀ? ਆਰ ਡੀ ਬੈਨਰਜੀ ਦੇ ਦੁਆਰਾ। ਇਹ ਦੋ ਗੱਲਾਂ ਦੇ ਉੱਪਰ ਬਹੁਤ ਧਿਆਨ ਦੇਣਾ ਹੈ। ਨੈਕਸਟ, ਕਹਿੰਦਾ ਭਾਰਤ ਵਿੱਚ ਈਸਾਈ ਧਰਮ ਲਿਆਉਣ ਦਾ ਸਿਹਰਾ ਕਿਸ ਨੂੰ ਜਾਂਦਾ? ਇਹ ਵੀ ਬਹੁਤ ਇੰਪੋਰਟੈਂਟ ਹੈਗਾ। ਇਹ ਜੋ ਪੀਐਸ ਟੈਟ ਦਾ ਪੇਪਰ ਕੈਂਸਲ ਹੋਇਆ ਸੀਗਾ, ਮਤਲਬ ਕਿ ਲੀਕ ਹੋਇਆ ਸੀ, ਉਹਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਸੀਗਾ। ਸੋ ਬਹੁਤ ਇੰਪੋਰਟੈਂਟ ਹੋ ਜਾਂਦਾ। ਕਿਹਨੂੰ ਲਿਆਉਣ ਦਾ ਸਿਹਰਾ? ਇਬਨ ਬਤੂਤਾ, ਵਾਸਕੋ ਡੀ ਗਾਮਾ, ਸੈਂਟ ਥੋਮਸ ਅਤੇ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਜੋ ਈਸਾਈ ਧਰਮ ਲੈ ਕੇ ਆਇਆ ਸੀ ਭਾਰਤ ਦੇ ਵਿੱਚ, ਉਹ ਲੈ ਕੇ ਆਇਆ ਸੀਗਾ ਸੈਂਟ ਥੋਮਸ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸੋ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਇਹ ਜੋ ਲਿੰਕ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਇਹਦਾ PDF ਇੱਥੇ ਤੁਹਾਨੂੰ ਮਿਲ ਸਕਦਾ ਹੈ। ਟੈਲੀਗ੍ਰਾਮ ਦਾ ਜੋ ਲਿੰਕ ਹੈਗਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗਾ। ਸੋ WhatsApp ਦਾ ਲਿੰਕ ਵੀ, ਜੋ ਇੱਕ WhatsApp ਗਰੁੱਪ ਤਿਆਰ ਕੀਤਾ ਹੋਇਆ ਸਪੈਸ਼ਲ, ਸੋ ਇਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਤੁਸੀਂ ਜੇਕਰ ਕੋਈ ਵੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਹ ਨੰਬਰ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋਗੇ। ਪਲੀਜ਼ ਇਕੱਲਾ ਮੈਸੇਜ ਹੀ ਕਰਿਓ। ਬਹੁਤ ਬੱਚੇ ਫੋਨ ਲਾਉਂਦੇ ਹੈਗੇ। ਪਲੀਜ਼ WhatsApp ਮੈਸੇਜ ਕਰਕੇ ਛੱਡ ਦਿਓ, ਉਹਦਾ ਰਿਪਲਾਈ ਤੁਹਾਨੂੰ ਮਿਲ ਜਾਵੇਗਾ। ਕੋਈ ਵੀ ਜਾਣਕਾਰੀ ਲੈਣੀ ਹੈ, ਕਿਸੇ ਵੀ ਚੀਜ਼ ਨਾਲ ਰਿਲੇਟਡ ਤੁਸੀਂ ਜਾਣਕਾਰੀ ਪੇਪਰ ਦੇ ਰਿਗਾਰਡਿੰਗ ਜਾਂ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਇਹ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਹਾਂਜੀ, ਨੈਕਸਟ ਕਹਿੰਦਾ ਨੈਕਸਟ ਕੀ ਹੈ? ਕਹਿੰਦਾ ਚੌਲ ਰਾਜਾਂ ਵਿੱਚ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਹੈਗਾ ਸੀਗਾ? ਸੋ ਚੌਲ ਸਟੇਟ ਦੇ ਵਿੱਚ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀ? ਔਰ ਮੰਡਲਮ, ਨਾਡੂ ਜਾਂ ਵਲਨਾਡੂ। ਸੋ ਚੌਲ ਸਟੇਟ ਦੇ ਵਿੱਚ ਜੋ ਪ੍ਰਾਂਤਾਂ ਨੂੰ ਕਿਹਾ ਜਾਂਦਾ ਸੀ ਉਹ ਕਿਹਾ ਜਾਂਦਾ ਸੀਗਾ ਮੰਡਲ ਜਾਂ ਮੰਡਲਮ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਚੌਲ ਰਾਜ ਦੇ ਵਿੱਚ ਕੀ ਸੀਗਾ, ਅੱਗੇ ਕੀ ਸੀਗਾ, ਛੋਟੇ ਛੋਟੇ ਇਲਾਕਿਆਂ ਦੇ ਵਿੱਚ ਵੰਡਿਆ ਹੋਇਆ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਪ੍ਰਾਂਤਾਂ। ਸੋ ਉਹਨਾਂ ਪ੍ਰਾਂਤਾਂ ਨੂੰ ਮੰਡਲਮ ਕਿਹਾ ਜਾਂਦਾ ਸੀਗਾ। ਮਤਲਬ ਕਿ ਛੋਟੇ ਛੋਟੇ, ਜਿਵੇਂ ਆਪਣੇ ਡਿਸਟ੍ਰਿਕਾਂ ਦੇ ਵਿੱਚ ਵੰਡਿਆ ਹੁੰਦਾ ਗਾ, ਡਿਸਟ੍ਰਿਕਾਂ ਤੋਂ ਪਹਿਲਾਂ ਡਿਵੀਜ਼ਨਾਂ ਦੇ ਵਿੱਚ ਵੰਡਿਆ ਹੁੰਦਾ, ਉਸੇ ਤਰ੍ਹਾਂ ਇਹ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ ਉਸ ਸਮੇਂ ਚੌਲ ਰਾਜ, ਉਹਨੂੰ ਕਿਹਾ ਜਾਂਦਾ ਸੀਗਾ ਮੰਡਲਮ। ਇਹ ਬਹੁਤ ਇੰਪੋਰਟੈਂਟ ਆ। ਅਤੇ ਮੰਡਲਾਂ ਨੂੰ ਅੱਗੇ ਵਰਲਡਨਾਸ ਵਿੱਚ ਵੰਡਿਆ ਹੋਇਆ ਸੀ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਵੀ ਇਹ ਧਿਆਨ ਦੇ ਨਾਲ ਨੋਟ ਕਰ ਲਓ। ਇਹ ਪੇਪਰ ਦੇ ਵਿੱਚ ਜ਼ਰੂਰ ਪੁੱਛਦੇ ਹੈਗੇ। ਸੋ ਹਰੇਕ ਵਲਨਾਡੂ ਨੂੰ ਅੱਗੇ ਨਿਸ਼ਚਿਤ ਗਿਣਤੀ ਦੇ ਪਿੰਡਾਂ ਵਿੱਚ ਵੰਡਿਆ ਹੁੰਦਾ ਸੀਗਾ। ਇਹ ਪਿੰਡ ਜਾਂ ਪਿੰਡਾਂ ਨੂੰ ਕੀ ਕਿਹਾ ਜਾਂਦਾ ਸੀਗਾ? ਨਾਡੂ। ਪਿੰਡ ਨੂੰ ਕਾਹਦੀ ਕੀ ਕਿਹਾ ਜਾਂਦਾ ਸੀਗਾ? ਜਿਵੇਂ ਕਿ ਵਲਨਾਡੂ ਅੱਗੇ ਨਾਡੂ ਵਿੱਚ ਵੰਡਿਆ ਹੁੰਦਾ ਸੀ ਅਤੇ ਚੌਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਸੀਗੀ। ਇਹ ਬਹੁਤ ਇੰਪੋਰਟੈਂਟ ਗੱਲਾਂ। ਚੌਲ ਸਟੇਟ ਦੇ ਵਿੱਚ ਪ੍ਰਾਂਤਾਂ ਦੇ ਵਿੱਚ ਵੰਡਿਆ ਸੀ, ਉਹਨਾਂ ਨੂੰ ਕੀ ਕਹਿੰਦਾ ਸੀ? ਮੰਡਲਮ ਵਾਲਾ ਇਸ ਸਾਲ ਜੋ PS ਟੈਟ ਦਾ ਪੇਪਰ ਹੋਇਆ ਉਹਦੇ ਵਿੱਚ ਪ੍ਰਸ਼ਨ ਪੁੱਛ ਜਾ ਚੁੱਕਿਆ ਗਾ। ਸੋ ਇਹ ਰਿਪੀਟ ਸ਼ਾਇਦ ਹੋਪ ਸੋ ਨਾ ਹੋਵੇ ਵੀ ਪ੍ਰਾਂਤਾਂ ਨੂੰ ਕੀ ਕਿਹਾ ਜਾਂਦਾ ਸੀਗਾ ਚੌਲ ਰਾਜ ਦੇ ਵਿੱਚ। ਸੋ ਇਹ ਕਿਹਾ ਜਾਂਦਾ ਮੰਡਲਮ, ਤਾਂ ਮੰਡਲਮ ਨੂੰ ਅੱਗੇ ਕਿਹਾ ਜਾਂਦਾ ਹੈਗਾ ਵਲਨਾਡਸ, ਅਤੇ ਵਲਨਾਡਸ ਅੱਗੇ ਨਾਡੂ ਦੇ ਵਿੱਚ ਵੰਡਿਆ ਹੁੰਦਾ ਸੀਗਾ। ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਨੈਕਸਟ ਕਹਿੰਦਾ ਭਾਰਤ ਵਿੱਚ ਤੁਰਕ ਸਲਤਨਤ ਜਾਂ ਗੁਲਾਮ ਵੰਸ਼ ਦਾ ਮੋਢੀ ਕੌਣ ਸੀ? ਭਾਰਤ ਦੇ ਵਿੱਚ ਤੁਰਕ ਸਲਤਨਤ ਜਾਂ ਗੁਲਾਮ ਵੰਸ਼, ਕੁਤਬਦੀਨ ਐਬਕ, ਇਲਤੁਤਮਿਸ਼, ਨਸਰੁਦੀਨ ਜਾਂ ਬਰਬਨ। ਸੋ ਜੋ ਭਾਰਤ ਦੇ ਵਿੱਚ ਤੁਰਕ ਸਲਤਨਤ ਦਾ
ਸੀਗਾ ਮੋਢੀ, ਉਹ ਸੀਗਾ ਕੁਤਬਦੀਨ ਐਬਕ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਕੁਤਬਦੀਨ ਐਬਕ ਬਾਰੇ ਦੇਖਦੇ ਹਾਂ। ਕਹਿੰਦਾ ਕੁਤਬਦੀਨ ਐਬਕ ਦੁਆਰਾ ਸਥਾਪਿਤ ਕੀਤਾ ਗਿਆ ਸੀਗਾ ਰਾਜਵੰਸ਼ 1206 ਤੋਂ 1290 ਤੱਕ ਚੱਲਿਆ ਸੀ। ਇਹ ਜੋ ਗੁਲਾਮ ਵੰਸ਼ ਸੀਗਾ ਉਹ ਸੀਗਾ ਤੁਰਕ ਸਲਤਨਤ ਸੀਗੀ। ਉਹ ਇਹ ਰਾਜਵੰਸ਼ 1206 ਤੋਂ 1290 ਤੱਕ ਚੱਲਿਆ ਸੀ। ਕਿਹਦੇ ਦੁਆਰਾ ਸਥਾਪਨਾ ਕੀਤੀ ਗਈ ਸੀ? ਕੁਤਬਦੀਨ ਐਬਕ ਦੇ ਦੁਆਰਾ। ਇਹ ਦਿੱਲੀ ਸਲਤਨਤ ਵਜੋਂ ਰਾਜ ਕਰਨ ਵਾਲੇ ਰਾਜਵੰਸ਼ਾਂ ਦੇ ਵਿੱਚੋਂ ਇੱਕ ਸੀਗਾ, ਪਹਿਲਾ ਰਾਜਵੰਸ਼ ਸੀਗਾ। ਸੋ ਰਾਜਵੰਸ਼ ਦਾ ਅੰਤ ਉਦੋਂ ਹੋਇਆ ਜਦੋਂ ਜਲਾਲਉਦੀਨ ਫਿਰੋਜ਼ ਖਿਲਜੀ ਨੇ 1290 ਵਿੱਚ ਆਖਰੀ ਮਾਮਲੂਕ ਸ਼ਾਸਕ ਮੁਈਜ਼ ਉਦ ਦੀਨ ਕਾਇਕਾਬਾਦ ਦਾ ਤਖਤਾ ਪਲਟ ਦਿੱਤਾ ਸੀਗਾ। ਸੋ ਖਿਲਜੀ ਜਾਂ ਖਲਜੀ ਖਾਨਦਾਨ ਦਿੱਲੀ ਸਲਤਨਤ ਦਾ ਦੂਜਾ ਰਾਜਵੰਸ਼ ਵੰਸ਼ ਦਾ ਉੱਤਰਾਧਿਕਾਰੀ ਸੀਗਾ। ਸੋ ਇਹ ਕੀ ਸੀਗਾ? ਰਾਜਵੰਸ਼ ਦੀ ਕਿਹਨੇ ਕੀਤੀ ਸੀਗੀ ਸਥਾਪਿਤ? ਕਿਹਨੇ ਕੀਤਾ ਸੀ? ਕੁਤਬਦੀਨ ਐਬਕ ਨੇ। ਲਾਸਟ ਕਿਹੜਾ ਸੀਗਾ? ਜਲਾਲਉਦੀਨ ਖਿਲਜੀ। ਇਹ ਵੀ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ। 1206 ਤੋਂ 1290 ਤੱਕ ਇਹ ਰਾਜਵੰਸ਼ ਚੱਲਿਆ। ਸੋ ਨੈਕਸਟ ਪ੍ਰਸ਼ਨ ਹੈ, ਕਹਿੰਦਾ 1612 ਈਸਵੀ ਦੇ ਵਿੱਚ ਸੂਰਤ ਵਿਖੇ ਅੰਗਰੇਜ਼ਾਂ ਦੀ ਫੈਕਟਰੀ ਸਥਾਪਿਤ ਹੋਣ ਸਮੇਂ ਮੁਗਲ ਸਮਰਾਟ ਕੌਣ ਸੀਗਾ? ਸੋ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਕੌਣ ਸੀ ਉਦੋਂ? ਜਹਾਂਗੀਰ ਸੀ, ਅਕਬਰ ਸੀ, ਸ਼ਾਹਜਹਾਂ ਸੀ ਜਾਂ ਔਰੰਗਜ਼ੇਬ ਸੀ? ਸੋ ਉਸ ਸਮੇਂ ਜਦੋਂ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਸੂਰਤ ਦੇ ਵਿੱਚ ਲਾਈ ਹੈਗੀ, ਉਦੋਂ ਜੋ ਸੀਗਾ ਉਹ ਸੀਗਾ ਜਹਾਂਗੀਰ ਸਮਰਾਟ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਮੁਗਲ ਬਾਦਸ਼ਾਹ ਜਹਾਂਗੀਰ ਨੇ 1613 ਈਸਵੀ ਦੇ ਵਿੱਚ ਅਤੇ 1612 ਕਰ ਲਓ, ਈਸਟ ਇੰਡੀਆ ਕੰਪਨੀ ਨੂੰ ਆਪਣੀ ਫੈਕਟਰੀ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਸੀਗੀ। ਸੋ ਪਹਿਲਾਂ ਤਾਂ ਕੀ ਹੋਇਆ, ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਲਗਭਗ ਆਈ ਕਦੋਂ ਆ? ਇਹ ਆਈ ਹੈਗੀ 1600 ਈਸਵੀ ਦੇ ਵਿੱਚ। ਉਦੋਂ ਕੌਣ ਮੁਗਲ ਸਮਰਾਟ ਸੀਗਾ? ਉਦੋਂ ਸੀਗਾ ਅਕਬਰ। ਸੋ ਅਕਬਰ ਤੋਂ ਬਾਅਦ ਅਕਬਰ ਰਿਹਾ ਗਾ ਲਗਭਗ 1604 ਤੱਕ। ਇਦੋਂ ਬਾਅਦ ਬਣਿਆ ਗਾ ਮੁਗਲ ਬਾਦਸ਼ਾਹ ਉਹਨਾਂ ਦਾ ਮੁੰਡਾ ਜਹਾਂਗੀਰ। ਸੋ ਜਹਾਂਗੀਰ ਨੇ ਕੀ ਸੀਗਾ ਇਹ ਪਹਿਲੀ ਫੈਕਟਰੀ ਈਸਟ ਇੰਡੀਆ ਕੰਪਨੀ ਨੂੰ ਲਾਉਣ ਨੂੰ ਇਜਾਜ਼ਤ ਦਿੱਤੀ ਸੀਗੀ। ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਿਸੇ ਮਸਾਲਿਆਂ ਦਾ ਵਪਾਰ ਕਰਨ ਆਈ ਸੀਗੀ ਭਾਰਤ ਦੇ ਵਿੱਚ। ਯੂਰਪ ਵਿੱਚ ਇੱਕ ਮਹੱਤਵਪੂਰਨ ਚੀਜ਼ ਸੀਗੀ, ਵਸਤੂ ਸੀਗੀ ਮਸਾਲੇ। ਸੋ ਇਹ ਤੋਂ ਇਲਾਵਾ ਉਹ ਮੁੱਖ ਤੌਰ 'ਤੇ ਰੇਸ਼ਮ, ਕਪਾਹ, ਨੀਲ ਰੰਗ ਚਾਹ ਅਤੇ ਅਫੀਮ ਦਾ ਵਪਾਰ ਕਰਦੇ ਸੀ। ਉਹ ਕੀ ਕਰਦੇ ਸੀਗੇ? ਰੇਸ਼ਮ ਦਾ, ਕਪਾਹ ਦਾ, ਨੀਲ ਰੰਗ ਚਾਹ ਅਤੇ ਅਫੀਮ ਦਾ ਵਪਾਰ ਵੀ ਕਰਦੇ ਸੀ। ਮੁਗਲ ਬਾਦਸ਼ਾਹ ਜਹਾਂਗੀਰ ਨੇ ਕੀ ਕੀਤਾ? ਕੈਪਟਨ ਵਿਲੀਅਮ ਹਾਂਕਿਸ ਨੂੰ 1613 ਵਿੱਚ ਸੂਰਤ ਵਿੱਚ ਇੱਕ ਫੈਕਟਰੀ ਲਾਉਣ ਦੀ ਆਗਿਆ ਦੇਣ ਦਾ ਫਰਮਾਨ ਦੇਤਾ ਸੀਗਾ ਵੀ ਜਾਓ ਫੈਕਟਰੀ ਤੁਸੀਂ ਲਾ ਲਓ ਭਾਈ। ਪਰ ਉਹਨਾਂ ਨੇ ਫੈਕਟਰੀ ਕਾਹਦੀ ਲਾਈ ਹੈਗੀ? ਪੂਰੇ ਦੇਸ਼ 'ਤੇ ਕੀ ਸੀਗਾ? ਕਬਜ਼ਾ ਹੀ ਕਰ ਲਿਆ ਸੀ। ਹੌਲੀ ਹੌਲੀ ਆ ਕੇ ਸੂਰਤ ਤੋਂ ਦੇਖੋ ਕਿੱਥੇ ਉਹਨਾਂ ਨੇ ਕਬਜ਼ਾ ਕੀਤਾ। ਇਹ ਸੀਗੀ ਅੰਗਰੇਜ਼ਾਂ ਦੀ ਪੋਲਿਸੀ। ਦੇਖੋ ਪਹਿਲਾਂ ਇੱਕ ਸਟੇਟ 'ਤੇ ਹੌਲੀ ਹੌਲੀ ਚੀਜ਼ਾਂ ਸਥਾਪਿਤ ਕੀਤੀਆਂ, ਹੌਲੀ ਹੌਲੀ ਕਰਦੇ ਨੇ ਪੂਰੇ ਦੇਸ਼ 'ਤੇ ਹੀ ਕਬਜ਼ਾ ਕਰ ਲਿਆ ਸੀਗਾ। ਗੁਜਰਾਤ ਦੇ ਸੋਮਨਾਥ ਮੰਦਰ 'ਤੇ ਕਿਸ ਨੇ ਹਮਲਾ ਕੀਤਾ ਸੀਗਾ? ਸੋ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਅਕਬਰ ਨੇ ਕੀਤਾ ਸੀ, ਮੁਹੰਮਦ ਗੌਰੀ ਨੇ ਕੀਤਾ ਸੀ, ਮਹਿਮੂਦ ਗਜ਼ਨੀ ਨੇ ਕੀਤਾ ਸੀ ਜਾਂ ਔਰੰਗਜ਼ੇਬ ਨੇ ਕੀਤਾ ਸੀਗਾ? ਸੋ ਗੁਜਰਾਤ ਦੇ ਸੋਮਨਾਥ ਮੰਦਰ 'ਤੇ ਜੋ ਹਮਲਾ ਕੀਤਾ ਸੀਗਾ ਉਹ ਕੀਤਾ ਸੀਗਾ ਮਹਿਮੂਦ ਗਜ਼ਨੀ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇੱਥੋਂ ਹੁਣ ਦੋ ਚੀਜ਼ਾਂ ਨਿਕਲ ਕੇ ਆਉਂਦੀਆਂ ਕਿ ਸੋਮਨਾਥ ਮੰਦਰ ਕਿੱਥੇ ਹੈਗਾ। ਇਹ ਵੀ ਪੇਪਰ ਦੇ ਵਿੱਚ ਇੱਦਾਂ ਪੁੱਛ ਸਕਦੇ ਆ ਕਿ ਸੋਮਨਾਥ ਮੰਦਰ ਕਿੱਥੇ ਸਥਿਤ ਹੈ। ਸੋ ਕਿੱਥੇ ਸਥਿਤ ਹੈ? ਗੁਜਰਾਤ ਦੇ ਵਿੱਚ। ਕਿਹਨੇ ਹਮਲਾ ਕੀਤਾ ਸੀਗਾ? ਮਹਿਮੂਦ ਗਜ਼ਨੀ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਮਹਿਮੂਦ ਗਜ਼ਨੀ ਨੇ ਕੀ ਸੀਗਾ 1025 ਈਸਵੀ ਦੇ ਵਿੱਚ ਇਹ ਗੁਜਰਾਤ ਦੇ ਪੱਛਮੀ ਤੱਟ ਉੱਤੇ ਸੌਰਾਸ਼ਟਰ ਵਿੱਚ ਵੇਰਾਵਲ ਦੇ ਨੇੜੇ ਪ੍ਰਭਾਸ ਪਾਟਨ ਸਥਿਤ ਸੋਮਨਾਥ ਮੰਦਰ ਉੱਤੇ ਹਮਲਾ ਕੀਤਾ ਅਤੇ ਲੁੱਟ ਲਿਆ। ਸੋਮਨਾਥ ਮੰਦਰ ਨੂੰ ਕੀ ਸੀਗਾ? ਲੁੱਟ ਲਿਆ ਸੀਗਾ 1025 ਈਸਵੀ ਦੇ ਵਿੱਚ। ਕਿੱਥੇ ਸਥਿਤ ਹੈ ਇਹ? ਗੁਜਰਾਤ ਦੇ ਸੌਰਾਸ਼ਟਰ ਦੇ ਵਿੱਚ। ਸੋ ਮਹਿਮੂਦ ਗਜ਼ਨੀ ਕਿੱਥੋਂ ਦਾ ਰਹਿਣ ਵਾਲਾ ਸੀਗਾ? ਇਹ ਅਫਗਾਨਿਸਤਾਨ ਦਾ ਰਹਿਣ ਵਾਲਾ ਸੀਗਾ। ਮਹਿਮੂਦ ਗਜ਼ਨੀ ਨੇ ਤੁਰਕੀ ਦਾ ਇੱਕ ਵਿਜੇਤਾ ਸੀਗਾ। 1000 ਤੋਂ 1027 ਤੱਕ ਉਸਨੇ ਭਾਰਤ 'ਤੇ 17 ਹਮਲੇ ਕੀਤੇ ਸੀ। ਇਹ ਵੀ ਬਹੁਤ ਇੰਪੋਰਟੈਂਟ ਆ, ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਗਾ। ਮਹਿਮੂਦ ਗਜ਼ਨੀ ਨੇ ਭਾਰਤ 'ਤੇ ਕੁੱਲ ਕਿੰਨੇ ਹਮਲੇ ਕੀਤੇ? 17 ਹਮਲੇ ਕੀਤੇ ਸੀਗੇ। ਇਹਦੇ ਨਾਲ ਰਿਲੇਟਡ ਜ਼ਰੂਰੀ ਨਹੀਂ ਪੀਐਸ ਟੈਟ, ਹੋਰ ਪੇਪਰਾਂ ਦੇ ਵਿੱਚ ਵੀ ਜ਼ਰੂਰ
ਮਤਲਬ ਕਿ ਸਟੈਟਿਕ ਜੀਕੇ ਦੇ ਵਿੱਚ ਇਹਦੇ ਪ੍ਰਸ਼ਨ ਆਉਂਦੇ ਹੈਗੇ ਕਿ ਮਹਿਮੂਦ ਗਜ਼ਨੀ ਨੇ ਕਿੰਨੇ ਹਮਲੇ ਕੀਤੇ ਸੀਗੇ ਭਾਰਤ 'ਤੇ 17 ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਸੀਗਾ 1000 ਤੋਂ 1027 ਤੱਕ। ਖਾਸ ਕਰਕੇ ਜੋ PSSS ਬੋਰਡ ਪੇਪਰ ਲੈਂਦਾ ਉਹਦੇ ਵਿੱਚ ਇਹਦੇ ਨਾਲ ਰਿਲੇਟਡ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਹੈਗੇ। ਸੋ ਮਹਿਮੂਦ ਗਜ਼ਨੀ ਦਾ ਸਭ ਤੋਂ ਵੱਡਾ ਹਮਲਾ 1027 ਈਸਵੀ ਵਿੱਚ ਹੋਇਆ ਸੀ, ਜਿਸ ਵਿੱਚ ਉਸਨੇ ਗੁਜਰਾਤ ਦੇ ਸੋਮਨਾਥ ਮੰਦਿਰ ਉੱਤੇ ਹਮਲਾ ਕੀਤਾ ਸੀਗਾ। ਸੋ ਇਹ ਬਹੁਤ ਇੰਪੋਰਟੈਂਟ ਜਾਣਕਾਰੀ ਹੈਗੀ ਆ। ਨੈਕਸਟ, ਫਤਿਹਪੁਰ ਸੀਕਰੀ ਸ਼ਹਿਰ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਔਰੰਗਜ਼ੇਬ ਨੇ, ਜਹਾਂਗੀਰ ਨੇ, ਹਮਾਯੂ ਨੇ ਜਾਂ ਅਕਬਰ ਨੇ? ਸੋ ਜੋ ਫਤਿਹਪੁਰ ਸੀਕਰੀ ਦਾ ਨਿਰਮਾਣ ਕਰਾਇਆ ਸੀ ਸ਼ਹਿਰ ਦਾ, ਇਹ ਕਰਵਾਇਆ ਸੀਗਾ ਔਰੰਗਜ਼ੇਬ ਨੇ, ਸੌਰੀ ਅਕਬਰ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਕਬਰ ਬਹੁਤ ਹੀ ਇੱਕ ਸੁਲਝਿਆ ਹੋਇਆ ਸ਼ਾਸਕ ਸੀਗਾ। ਉਹਦੇ ਮਤਲਬ ਕਿ ਰਾਜਕਾਲ ਦੇ ਵਿੱਚ ਲਗਭਗ ਹਰੇਕ ਸੌਖੇ ਸੀਗੇ। ਉਹ ਕੋਈ ਧਰਮ ਦੇ ਨਾਂ 'ਤੇ ਨਹੀਂ ਸੀ ਕਿਸੇ ਨੂੰ ਕੁਝ ਕਹਿੰਦਾ ਜਾਂ ਕੁਛ ਨਹੀਂ ਸੀ ਕਰਦਾ। ਬਹੁਤ ਵਧੀਆ ਸ਼ਾਸਨ ਸੀ ਉਹਦਾ। ਸੋ ਫਤਿਹਪੁਰ ਸੀਕਰੀ ਵਿਖੇ ਸ਼ਾਹੀ ਸ਼ਹਿਰ 16ਵੀਂ ਸਦੀ ਦੇ ਦੂਜੇ ਅੱਧ ਦੌਰਾਨ ਮੁਗਲ ਬਾਦਸ਼ਾਹ ਅਕਬਰ ਦੁਆਰਾ ਇਹ ਬਣਾਇਆ ਗਿਆ ਸੀ। ਇਹ ਮੁਗਲ ਸਾਮਰਾਜ ਦੀ ਜਿੱਤ ਦੇ ਸ਼ਹਿਰ ਵਜੋਂ ਮਨਾਇਆ ਜਾਂਦਾ ਹੈਗਾ। ਸੋ 1571 ਤੋਂ 1585 ਤੱਕ 10 ਸਾਲਾਂ ਤੋਂ ਵੱਧ ਸਮੇਂ ਲਈ ਇਹ ਕੀ ਸੀਗਾ ਮੁਗਲ ਸਾਮਰਾਜ ਦੀ ਰਾਜਧਾਨੀ ਰਿਹਾ ਸੀ ਫਤਿਹਪੁਰ ਸੀਕਰੀ ਸ਼ਹਿਰ। ਇਹਨੂੰ ਜਿੱਤ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈਗਾ ਇਹ ਸ਼ਹਿਰ ਨੂੰ, ਫਤਿਹਪੁਰ ਸੀਕਰੀ ਨੂੰ। ਨੈਕਸਟ, ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ ਸੀ? ਬਹੁਤ ਇੰਪੋਰਟੈਂਟ ਆ ਪ੍ਰਸ਼ਨ ਇਹ। ਤਰਾਇਣ ਦੀ ਪਹਿਲੀ ਲੜਾਈ ਅਤੇ ਦੂਜੀ ਲੜਾਈ 1191 ਦੇ ਵਿੱਚ ਹੋਈ ਸੀ ਦੂਜੀ ਲੜਾਈ, 92 'ਚ, 93 'ਚ ਜਾਂ 95 'ਚ। ਸੋ ਜੋ ਤਰਾਇਣ ਦੀ ਦੂਜੀ ਲੜਾਈ ਹੋਈ ਸੀ ਇਹ ਹੋਈ ਸੀ 1192 ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਜੋ ਤਰਾਇਣ ਦੀ ਪਹਿਲੀ ਲੜਾਈ ਹੋਈ ਸੀ ਉਹ ਹੋਈ ਸੀਗੀ 1191 ਦੇ ਵਿੱਚ। ਦੂਜੀ ਕਦੋਂ ਹੋਈ ਆ? 92 ਦੇ ਵਿੱਚ। ਇਹ ਦੋਨੇ ਜੋ ਲੜਾਈਆਂ ਹੋਈਆਂ ਸੀ ਇਹ ਹੋਈਆਂ ਸੀ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿੱਚ। ਤਰਾਇਣ ਨਾਂ ਦੇ ਸਥਾਨ 'ਤੇ ਹੋਈਆਂ ਸੀ ਇਹ, ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ। ਇਹ ਯਾਦ ਜ਼ਰੂਰ ਰੱਖਿਓ, ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ। ਇਹਦੇ ਜੋ ਪਹਿਲਾ ਯੁੱਧ ਹੋਇਆ ਸੀਗਾ ਤਰਾਇਣ ਦਾ 1191 ਦੇ ਵਿੱਚ, ਉਹਦੇ ਵਿੱਚ ਕੀ ਹੋਇਆ ਸੀਗਾ ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ ਸੀਗਾ। ਫਿਰ ਦੂਜੇ ਯੁੱਧ ਦੇ ਵਿੱਚ 1192 ਦੇ ਵਿੱਚ ਕੀ ਹੋਇਆ ਸੀਗਾ ਜੋ ਸੈਕਿੰਡ ਯੁੱਧ ਹੋਇਆ ਸੀਗਾ ਤਰਾਇਣ ਦਾ, ਉਹਦੇ ਵਿੱਚ ਮੁਹੰਮਦ ਗੌਰੀ ਜੀ ਜੇਤੂ ਰਿਹਾ ਸੀਗਾ। ਸੋ ਪਹਿਲੇ ਯੁੱਧ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤਿਆ ਅਤੇ ਦੂਜੇ ਯੁੱਧ ਦੇ ਵਿੱਚ ਮੁਹੰਮਦ ਗੌਰੀ ਜਿੱਤਿਆ। ਕੁੱਲ ਮਿਲਾ ਕੇ ਇਹ ਕਹਿ ਲਓ ਵੀ ਮੁਹੰਮਦ ਗੌਰੀ ਨੂੰ ਹਾਰ ਰਾਸ ਨਾ ਆਈ, ਉਹਨੇ ਦੁਬਾਰੇ ਹਮਲਾ ਕੀਤਾ ਅਤੇ ਮੁਹੰਮਦ ਗੌਰੀ 'ਤੇ ਜਿੱਤ ਪ੍ਰਾਪਤ ਕੀਤੀ। ਸੋ ਨੈਕਸਟ ਹੈ ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜੇ ਕਥਨ ਲੈਪਸ ਦੇ ਸਿਧਾਂਤ ਵਿੱਚ ਸਹੀ ਹੈਗਾ? ਸੋ ਲੈਪਸ ਦਾ ਸਿਧਾਂਤ ਕੀ ਸੀਗਾ? ਪਹਿਲਾਂ ਇਹ ਲਾਰਡ ਡਲਹੌਜੀ ਨੇ ਚਲਾਇਆ ਸੀਗਾ। ਡਲਹੌਜੀ ਦੇ ਰਾਜ ਵਿੱਚ ਕੀ ਹੋਇਆ ਸੀਗਾ, ਜਦੋਂ ਵੀ ਕੋਈ ਵੀ ਰਾਜਾ ਸੀਗਾ ਜਾਂ ਕੋਈ ਵੀ ਸੀਗਾ ਉਹ ਪੁੱਤਰ ਗੋਦ ਲੈਂਦਾ ਸੀਗਾ, ਉਹਨਾਂ ਨੂੰ ਮਨਾਹੀ ਸੀਗੀ, ਜਾਂ ਜਿਹੜੇ ਬੇਲਾਦ ਸੀਗੇ ਉਹਨਾਂ ਨੂੰ ਕੀ ਸੀਗਾ, ਉਹਨਾਂ ਨੇ ਪਾਲਿਸੀ ਲੈ ਕੇ ਆਂਦੀ ਲੈਪਸ ਦੀ ਨੀਤੀ। ਜਦੋਂ ਉਹਨਾਂ ਦੇ ਰਾਜ ਦੇ ਵਿੱਚ ਕੋਈ ਵੀ ਯਾਨੀ ਕਿ ਰਾਜੇ ਸੀਗੇ, ਜਿੰਨੇ ਵੀ ਰਾਜੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਇਹਨਾਂ ਕੋਲੇ ਪ੍ਰੋਪਰਟੀ ਬਹੁਤ ਜ਼ਿਆਦਾ ਆ, ਉਹ ਕੀ ਕਹਿੰਦੇ ਸੀ, ਉਹ ਕਹਿੰਦੇ ਕੋਈ ਵੀ ਆਪਦਾ ਜਵਾਕ ਗੋਦ ਨਹੀਂ ਲੈ ਸਕਦੇ, ਪਹਿਲਾਂ ਸਾਨੂੰ ਦੱਸਣਾ ਪਊਗਾ, ਜੇ ਅਸੀਂ ਕਹਾਂਗੇ ਤਾਂ ਗੋਦ ਲਾਓਗੇ ਤੁਸੀਂ। ਆਪਦੀ ਮਰਜ਼ੀ ਨਾਲ ਉਹ ਕੋਈ ਵੀ ਪੁੱਤਰ ਗੋਦ ਲੈ ਨਹੀਂ ਸੀ ਸਕਦੇ। ਉਹਦੇ ਨਾਲ ਕੀ ਸੀਗਾ, ਇਹਨਾਂ ਨੇ ਇੱਕ ਕਾਨੂੰਨ ਲੈ ਕੇ ਆਏ ਸੀਗੇ ਵੀ ਜੇ ਕੋਈ ਰਾਜਾ ਬੇਲਾਦ ਮਰ ਜਾਂਦਾ ਸੀਗਾ ਤਾਂ ਉਹਦੀ ਜਿੰਨੀ ਪ੍ਰੋਪਰਟੀ ਸੀਗੀ, ਉਹਦਾ ਸ਼ਾਸਨ ਕਾਲ 'ਚ ਸਾਰਾ ਕੀ ਸੀਗਾ ਬ੍ਰਿਟਿਸ਼ ਸਰਕਾਰ ਸੀ ਆਪਦੇ ਰਾਜ ਦੇ ਵਿੱਚ ਮਿਲਾ ਲੈਂਦੀ ਸੀਗੀ। ਸੋ ਇਸ ਨੂੰ ਕੀ ਕਿਹਾ ਜਾਂਦਾ ਹੈਗਾ? ਲੈਪਸ ਦਾ ਸਿਧਾਂਤ ਕਿਹਾ ਜਾਂਦਾ ਹੈਗਾ। ਇਹ ਸੀਗਾ। ਹੁਣ ਪੜ੍ਹਦੇ ਇਹਨਾਂ 'ਚੋਂ ਕਿਹੜਾ ਸਹੀ ਹੈਗਾ। ਜਿਹੜਾ ਕਿ ਆਪਸ਼ਨ ਏ ਹੈਗਾ, ਕਹਿੰਦਾ ਜੇਕਰ ਕੋਈ ਭਾਰਤੀ ਰਾਜਾ ਬਿਨਾਂ ਕਿਸੇ ਪੁਰਸ਼ ਜਾਂ ਵਾਰਸ ਦੇ ਮਰ ਜਾਂਦਾ ਹੈ ਤਾਂ ਉਹਦੀ ਰਿਆਸਤ ਲੈਪਸ ਹੋ ਜਾਵੇਗੀ, ਭਾਵ ਕੰਪਨੀ ਦੀ ਭੂਮੀ ਸੀ ਉਹ ਬਣ ਜਾਵੇਗੀ। ਇਹ ਬਿਲਕੁਲ ਸਹੀ ਆ। ਸੋ ਇੱਥੋਂ ਹੀ ਆਪਣਾ ਪਤਾ ਲੱਗ ਗਿਆ, ਬਾਕੀ ਆਪਸ਼ਨ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਹੈਗੀ। ਹਾਂ ਬਾਕੀ ਦੇਖ ਲੈਣਾ, ਕਹਿੰਦਾ ਭਾਰਤੀ ਸ਼ਾਸਕ ਆਪਣੀ ਆਜ਼ਾਦ ਫੌਜ ਨਹੀਂ ਰੱਖ ਸਕਦੇ ਸਨ, ਇਹ ਵੀ ਨਹੀਂ ਹੈਗਾ ਸੀ। ਈਸਟ ਇੰਡੀਆ ਕੰਪਨੀ ਨੇ ਉੱਪਰ ਸਹਾਇਕ ਗੱਠਜੋੜ ਦਾ ਦਬਾਅ ਵਧਾਇਆ, ਬਿਲਕੁਲ ਨਹੀਂ ਸੀਗਾ। ਸੋ ਪਹਿਲਾ ਹੀ ਆਪਸ਼ਨ ਸਹੀ ਹੈਗਾ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਬਹੁਤ ਵਾਰ ਪੇਪਰਾਂ ਦੇ ਵਿੱਚ ਇੱਦਾਂ ਦੇ ਸਵਾਲ ਪ੍ਰਸ਼ਨ ਆਉਂਦੇ ਹੈਗੇ ਕਿ ਕਿਹੜਾ ਸਿਧਾਂਤ ਸਹੀ ਹੈ ਜਾਂ ਕਿਹੜਾ ਨਹੀਂ ਹੈ।
ਇਹਦੇ ਵਿੱਚੋਂ 3 ਸਹੀ ਦੇ ਦਿੰਦੇ, 1 ਗਲਤ ਦੇ ਦਿੰਦੇ ਆ। ਇੱਥੇ ਉੱਥੇ ਉਲਝਣਾ ਨਹੀਂ ਹੁੰਦਾ ਗਾ। 1 ਨੰਬਰ ਗਵਾ ਨਾ ਲਿਓ ਕਿ ਕਿਹੜਾ ਸਹੀ। ਉੱਥੇ ਕੀ ਹੁੰਦਾ, ਸਹੀ 'ਤੇ ਆਪਾਂ ਜਲਦਬਾਜ਼ੀ 'ਚ ਗੋਲਾ ਭਰੇ ਆਉਣੇ ਹੈਗੇ ਅਤੇ ਆਪਾਂ ਸੋਚ ਲੈਂਦੇ 1 ਨੰਬਰ ਪੱਕਾ, ਪਰ ਨਹੀਂ। ਪ੍ਰਸ਼ਨ ਨੂੰ ਪਹਿਲਾਂ ਚੰਗੀ ਤਰ੍ਹਾਂ ਪੜ੍ਹਨਾ, ਉੱਥੇ ਕੀ ਲਿਖਿਆ ਗਿਆ, ਸਹੀ ਹੈ ਜਾਂ ਸਹੀ ਨਹੀਂ ਹੈ। ਇੱਥੇ ਸੀਗਾ ਸਹੀ ਹੈ। ਸੋ ਸਹੀ ਕਿਹੜਾ ਹੈਗਾ, ਆਪਸ਼ਨ ਏ। ਨੈਕਸਟ ਕਹਿੰਦਾ ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸਨ? ਲਾਰਡ ਡਲਹੌਜੀ, ਲਾਰਡ ਕਰਜ਼ਨ, ਲਾਰਡ ਵਿਲੀਅਮ ਬੈਂਟਿਕ ਜਾਂ ਲਾਰਡ ਕਾਰਨਵਾਲਿਸ। ਸੋ ਭਾਰਤ ਦੇ ਜੋ ਪਹਿਲੇ ਗਵਰਨਰ ਜਨਰਲ ਸਨ ਉਹ ਸਨ ਲਾਰਡ ਵਿਲੀਅਮ ਬੈਂਟਿਕ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਵਿਲੀਅਮ ਬੈਂਟਿਕ 1833 ਦੇ ਵਿੱਚ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਿਆ। ਵਾਰਨ ਹੇਸਟਿੰਗਜ਼ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਸੀਗਾ। ਇਹ ਵੀ ਬਹੁਤ ਇੰਪੋਰਟੈਂਟ ਆ। ਲਾਰਡ ਵਿਲੀਅਮ ਬੈਂਟਿਕ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ। ਵਾਰਨ ਹੇਸਟਿੰਗਜ਼ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਸੀਗਾ। ਅਤੇ ਆਖਰੀ ਜੋ ਵਾਇਸਰਾਏ ਸੀਗਾ ਉਹ ਸੀਗਾ ਲਾਰਡ ਮਾਊਂਟਬੈਟਨ। ਇਹਦੀ ਸੱਤਾ ਦੀ ਪ੍ਰਣਾਲੀ ਦਾ ਅੰਤ ਹੋਇਆ ਸੀਗਾ। ਸੋ ਜੇਕਰ ਪੁੱਛਿਆ ਜਾਵੇ ਕਿ ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਸੀਗਾ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਗਾ ਕਿ ਭਾਰਤੀ ਮੂਲ ਦਾ ਆਖਰੀ ਗਵਰਨਰ ਜਨਰਲ ਕੌਣ ਸੀ। ਆਪਸ਼ਨਾਂ ਦੇ ਦੇਣਾ ਗਾ, ਲਾਰਡ ਮਾਊਂਟਬੈਟਨ, ਸ੍ਰੀ ਜੈ ਪ੍ਰਕਾਸ਼ ਨਾਰਾਇਣ, ਸੀ ਰਾਜਾ ਗੋਪਾਲਚਾਰੀਆ ਅਤੇ ਜਵਾਹਰ ਲਾਲ ਨਹਿਰੂ। ਇਹ ਤੁਹਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਗਾ ਕਿ ਭਾਰਤੀ ਮੂਲ ਦਾ ਆਖਰੀ ਗਵਰਨਰ ਜਨਰਲ ਕੌਣ ਸੀਗਾ। ਸੋ ਜੋ ਸੀਗਾ ਬ੍ਰਿਟਿਸ਼ ਸਰਕਾਰ ਦਾ 1833 ਦੇ ਵਿੱਚ ਬਣਿਆ ਸੀਗਾ ਉਹ ਬਣਿਆ ਸੀਗਾ ਲਾਰਡ ਵਿਲੀਅਮ ਬੈਂਟਿਕ। ਵਾਰਨ ਹੇਸਟਿੰਗ ਜੋ ਬਣਿਆ ਸੀਗਾ ਬੰਗਾਲ ਦਾ। ਸੋ ਲਾਰਡ ਮਾਊਂਟਬੈਟਨ ਨੇ ਇਹ ਕੀ ਹੋਇਆ ਸੀਗਾ 1947 ਦੇ ਵਿੱਚ ਜੋ ਭਾਰਤ ਦੀ ਵੰਡ ਕਰਵਾਈ ਸੀਗੀ, ਇੰਡੀਆ ਪਾਕਿਸਤਾਨ ਦੀ ਵੰਡ ਹੋਈ ਸੀਗੀ। ਸੋ ਇਹਨੇ ਰੈੱਡ ਕਲੀਫ ਨੂੰ ਕਿਹਾ ਸੀਗਾ ਲਾਈਨ ਖਿੱਚਣ ਦੇ ਲਈ। ਸੋ ਇਸ ਕਰਕੇ ਜੋ ਭਾਰਤ ਅਤੇ ਪਾਕਿਸਤਾਨ ਦੀ ਲਾਈਨ ਆ ਉਹ ਰੈੱਡ ਕਲੀਫ ਲਾਈਨ ਹੀ ਵਜੋਂ ਜਾਣੀ ਜਾਂਦੀ ਹੈਗੀ। ਨੈਕਸਟ ਟੀਪੂ ਸੁਲਤਾਨ ਕਿਸ ਸਾਲ ਮੈਸੂਰ ਦਾ ਸ਼ਾਸਕ ਬਣਿਆ? 1791 'ਚ, 72 'ਚ, 65 'ਚ ਜਾਂ 82 'ਚ। ਸੋ ਟੀਪੂ ਸੁਲਤਾਨ ਜੋ ਮੈਸੂਰ ਦਾ ਸ਼ਾਸਕ ਬਣਿਆ ਸੀ ਉਹ ਬਣਿਆ ਸੀ 1782 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਬੰਗਾਲ ਵਿੱਚ ਦੂਰੇ ਸ਼ਾਸਨ ਦੀ ਨੀਂਹ ਕਿਸ ਨੇ ਰੱਖੀ ਸੀ? ਲਾਰਡ ਕਲਾਈਵ, ਲਾਰਡ ਡਲਹੌਜੀ, ਲਾਰਡ ਕਰਜ਼ਨ ਜਾਂ ਲਾਰਡ ਕਾਰਨਵਾਲਿਸ। ਸੋ ਬੰਗਾਲ ਵਿੱਚ ਦੂਰੇ ਸ਼ਾਸਨ ਦੀ ਨੀਂਹ ਰੱਖੀ ਸੀਗੀ ਲਾਰਡ ਕਲਾਈਵ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਸੋ ਕਲਾਈਵ ਨੇ ਕੀ ਹੋਇਆ ਸੀਗਾ ਬੰਗਾਲ ਦੀ ਇੱਕ ਸ਼ਾਸਨ ਨਵੀਂ ਪ੍ਰਣਾਲੀ ਆਰੰਭ ਕੀਤੀ ਸੀਗੀ। ਇਹਦੇ ਅਨੁਸਾਰ ਬੰਗਾਲ ਦਾ ਸ਼ਾਸਨ 2 ਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ। ਇੱਕ ਤਾਂ ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ 'ਚ ਆ ਗਿਆ ਸੀ, ਪਰ ਸ਼ਾਸਨ ਚਲਾਉਣ ਦਾ ਕੰਮ ਕੀ ਸੀਗਾ ਨਵਾਬ ਨੂੰ ਦਿੱਤਾ ਸੀਗਾ। ਸ਼ਾਸਨ ਚਲਾਉਣ ਲਈ ਉਸ ਨੂੰ ਇੱਕ ਨਿਸ਼ਚਿਤ ਧਨ ਰਾਸ਼ੀ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਬੰਗਾਲ ਵਿੱਚ 2 ਪ੍ਰਕਾਰ ਦਾ ਸ਼ਾਸਨ ਚੱਲਣ ਲੱਗਾ। ਇਸ ਕਾਰਨ ਇਹ ਪ੍ਰਣਾਲੀ ਦੋਹਰੀ ਸ਼ਾਸਨ ਪ੍ਰਣਾਲੀ ਦੇ ਨਾਮ ਨਾਲ ਵੀ ਪ੍ਰਸਿੱਧ ਹੈਗੀ। ਸੋ ਕੀ ਸੀਗਾ ਜੋ ਸਰਕਾਰ ਸੀਗੀ ਬੰਗਾਲ ਦੇ ਵਿੱਚ ਇਹ ਸਟਾਰਟ ਕੀਤੀ ਸੀਗੀ 2 ਭਾਗਾਂ 'ਚ ਵੰਡਤਾ ਸੀਗਾ। ਟੈਕਸ ਜ਼ਮੀਨ 'ਚ ਕਰ ਇਕੱਠਾ ਕਰਨ ਦਾ ਕੰਮ ਕੀਤਾ, ਜਿਹੜਾ ਮੇਨ ਕੰਮ ਵੀ ਸੀਗਾ ਅੰਗਰੇਜ਼ਾਂ ਨੇ ਆਪਦੇ ਹੱਥ 'ਚ ਲੈ ਲਿਆ ਸੀਗਾ। ਉਹਨੂੰ ਹੁਕਮ ਦਾ ਇੱਕਾ ਬਣਾ ਲਿਆ ਸੀ, ਜਿਵੇਂ ਨਵਾਬ ਨੂੰ ਕਿਸੇ ਨੂੰ ਕਹਿੰਦੇ ਸੀ ਉਵੇਂ ਉਹ ਕੰਮ ਕਰਦਾ ਸੀਗਾ। ਇਸੇ ਤਰ੍ਹਾਂ ਜਿਵੇਂ ਸਰਕਾਰਾਂ ਦੇ ਵਿੱਚ ਹੁੰਦਾ ਹੈਗਾ, ਸਰਕਾਰ ਆਪਣੇ ਅੱਗੇ ਰੱਖ ਲੈਂਦੇ ਹੈਗੇ, ਮੂਹਰੇ ਰੱਖ ਲੈਂਦੀ ਹੈਗੀ, ਉਸੇ ਤਰ੍ਹਾਂ ਉਹ ਕੰਮ ਕਰਦੇ ਹੈਗੇ। ਸੋ ਇਸੇ ਤਰ੍ਹਾਂ ਅੰਗਰੇਜ਼ਾਂ ਨੇ ਆਪਣੇ ਅੱਗੇ ਕਿਸੇ ਨਵਾਬ ਨਵਾਬ ਸੀਗੇ ਸ਼ਹਿਰਾਂ ਦੇ ਉਹਨਾਂ ਦੇ ਉਹ ਕੰਮ ਕਰਦੇ ਸੀ। ਉਹਨਾਂ ਨੂੰ ਪੈਸਾ ਆਪ ਚਲਾਉਣ ਨਹੀਂ ਦਿੰਦੇ ਸੀਗੇ, ਇੰਨਾ ਕੁ ਧਨ ਦਿੰਦੇ ਸੀਗੇ ਸ਼ਾਸਨ ਚਲਾਉਣ ਲਈ। ਦੇਖੋ ਕਿੱਡਾ ਉਹ ਨਵਾਬ ਸੀ, ਪਰ ਸ਼ਾਸਨ ਕੌਣ ਕਰਦੀ ਸੀ ਅਸਲ 'ਚ ਵਿੱਚ ਸਰਕਾਰ ਕਰਦੀ ਸੀ, ਅੰਗਰੇਜ਼ ਕਰਦੇ ਸੀਗੇ। ਸੋ ਨੈਕਸਟ ਹੈ ਕਹਿੰਦਾ ਆਜ਼ਾਦ ਸ਼ਤਰੂ ਤੋਂ ਬਾਅਦ ਭਾਰਤ ਵਿੱਚ ਕਿਸ ਵੰਸ਼ ਨੇ ਰਾਜ ਕੀਤਾ? ਇਹ ਬਹੁਤ ਇੰਪੋਰਟੈਂਟ ਆ। ਇਹ ਸਾਲ ਪੇਪਰ ਦੇ ਵਿੱਚ ਆਉਣ ਦੇ ਪੂਰੇ ਚਾਂਸ ਆ ਪ੍ਰਸ਼ਨ ਦੇ। ਨੰਦ ਵੰਸ਼, ਮੌਰੀਆ ਵੰਸ਼, ਕੁਸ਼ਾਣ ਵੰਸ਼ ਜਾਂ ਗੁਪਤ ਵੰਸ਼। ਸੋ ਆਜ਼ਾਦ ਸ਼ਤਰੂ ਤੋਂ ਬਾਅਦ ਜੋ ਵੰਸ਼ ਨੇ ਰਾਜ ਕੀਤਾ ਸੀ ਉਹ ਕੀਤਾ ਸੀਗਾ ਨੰਦ ਵੰਸ਼ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਦੇਖਦੇ ਹਾਂ ਕਿ ਇਹ ਜੋ ਵੰਸ਼ ਸੀ ਪਹਿਲਾਂ ਸੀਗਾ ਹਰਿਅੰਕਾ ਵੰਸ਼। ਇਹ ਬਿੰਬਸਾਰ
ਹਰਿਅੰਕਾ ਰਾਜਵੰਸ਼ ਦਾ ਸੰਸਥਾਪਕ ਸੀ। ਇਹ ਬਈ ਨੋਟ ਕਰ ਲਿਓ ਚੰਗੀ ਤਰ੍ਹਾਂ, ਚਾਹੇ ਇਹਦਾ ਲੈ ਲਿਓ ਸਕਰੀਨਸ਼ਾਟ। ਇੱਥੇ ਤੁਹਾਨੂੰ ਇੱਕ ਪ੍ਰਸ਼ਨ ਇਸ ਸਾਲ ਦੇ ਪੇਪਰ ਦੇ ਵਿੱਚ ਮਿਲੂਗਾ ਹੀ ਮਿਲੂਗਾ। ਦੋ ਭਾਵੇਂ ਮਿਲ ਜਾਣ, ਪਰ ਇੱਕ ਨੰਬਰ ਤਾਂ ਇੱਥੋਂ ਤੁਹਾਨੂੰ ਪੱਕਾ ਮਿਲੂਗਾ ਹੀ ਮਿਲੂਗਾ। ਕਿਉਂ ਮਿਲੂਗਾ? ਇਹ ਜੋ ਡਿਜ਼ੈਂਟਿੰਗ ਆ ਰਾਜਵੰਸ਼ ਆ, ਇੱਥੋਂ ਪ੍ਰਸ਼ਨ ਜ਼ਰੂਰ ਹਰ ਸਾਲ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਪਹਿਲਾਂ ਤਾਂ ਸੀਗਾ ਹਰਿਅੰਕਾ ਰਾਜਵੰਸ਼। ਇਹਦੀ ਸਥਾਪਨਾ ਕਿਹਨੇ ਕੀਤੀ ਸੀਗੀ? ਸੰਸਥਾਪਕ ਕੌਣ ਸੀ? ਬਿੰਬਸਾਰ। ਬਿੰਬਸਾਰ ਨੇ ਕੀਤੀ ਸੀਗੀ। ਸੋ ਇਹੀ ਉਹਦੀ ਕੀ ਸੀਗੀ? ਰਾਜਧਾਨੀ ਸੀਗੀ। ਸੋ ਅਜਾਤਸ਼ਤਰੂ ਕਿਹਦਾ ਮੁੰਡਾ ਸੀਗਾ? ਬਿੰਬਸਾਰ ਦਾ ਪੁੱਤਰ ਸੀਗਾ। ਉਹ ਪਹਿਲਾ ਬੋਧੀ ਸਭਾ ਦਾ ਸਰਪ੍ਰਸਤ ਸੀਗਾ। ਉਹਨੇ ਕੀਤੀ ਸੀਗੀ ਅਜਾਤਸ਼ਤਰੂ ਦੀ, ਠੀਕ ਆ। ਅਤੇ ਸ਼ਿਸ਼ੂਨਾਗਾ ਰਾਜਵੰਸ਼ ਸ਼ਿਸ਼ੂਨਾਗਾ ਬਾਨੀ ਸੀਗਾ, ਉਹ ਦੂਜਾ ਬੋਧੀ ਕੌਂਸਲ ਦਾ ਸਰਪ੍ਰਸਤ ਸੀਗਾ। ਫਿਰ ਆ ਗਿਆ ਨੰਦ ਵੰਸ਼। ਇਹਦੀ ਸਥਾਪਨਾ ਮਹਾਪਦਮ ਨੰਦਾ ਦੁਆਰਾ ਕੀਤੀ ਗਈ ਸੀਗੀ। ਸੋ ਮੌਰੀਆ ਰਾਜਵੰਸ਼ ਕੀ ਸੀਗਾ? ਚੰਦਰਗੁਪਤ ਮੌਰੀਆ ਨੇ ਕੀਤੀ ਸੀ। ਉਹ ਯੂਨਾਨੀ ਵਿਦਵਾਨਾਂ ਦੁਆਰਾ ਸੈਂਟਰੋਕੋਟਸ ਵਜੋਂ ਜਾਣਿਆ ਜਾਂਦਾ ਸੀਗਾ। ਇਹਦਾ ਚਾਹੇ ਤੁਸੀਂ ਸਕਰੀਨਸ਼ਾਟ ਲੈ ਲਓ, ਇਹਦਾ PDF ਵੀ ਤੁਹਾਨੂੰ ਮਿਲ ਜੂਗਾ। ਕੀ ਹੈਗਾ, ਇੱਥੋਂ ਤੁਹਾਨੂੰ ਇੱਕ ਨੰਬਰ ਪੱਕਾ ਮਿਲਣਾ ਹੀ ਮਿਲਣਾ ਗਾ। ਨੈਕਸਟ, ਹੜੱਪਾ ਸੱਭਿਅਤਾ ਦੇ ਖਦਾਨਾਂ ਦੀ ਖੁਦਾਈ ਕਿਸ ਨੇ ਕੀਤੀ ਸੀਗੀ ਜਾਂ ਕਰਵਾਈ ਸੀ? ਦਇਆ ਰਾਮ ਸਾਹਨੀ ਨੇ, ਰਖਲਦਾਸ ਬੈਨਰਜੀ ਨੇ, ਮੈਕਾਲੇ ਨੇ ਜਾਂ BK ਥਾਪਰ ਨੇ? ਸੋ ਹੜੱਪਾ ਸੱਭਿਅਤਾ ਦੇ ਖਦਾਨਾਂ ਦੀ ਖੁਦਾਈ ਕੀਤੀ ਸੀਗੀ ਦਇਆ ਰਾਮ ਸਾਹਨੀ ਨੇ। ਕਦੋਂ ਕੀਤੀ ਸੀ? 1921 ਦੇ ਵਿੱਚ ਕੀਤੀ ਸੀਗੀ। ਸੋ ਇੱਕ ਸੀਗਾ ਮੋਹਨਜੋਦੜੋ ਦੀ ਸਥਾਪਨਾ ਕਿਹਨੇ ਕਰਵਾਈ ਸੀਗੀ? RD ਬੈਨਰਜੀ ਨੇ। ਕਦੋਂ ਕਰਾਈ ਸੀਗੀ? 1922 ਦੇ ਵਿੱਚ ਇਹ ਕਰਾਈ ਸੀਗੀ ਮੋਹਨਜੋਦੜੋ ਦੀ ਰਖਲਦਾਸ ਬੈਨਰਜੀ ਨੇ, ਮੀਨਜ਼ RD ਬੈਨਰਜੀ ਨੇ। ਹੜੱਪਾ ਸੱਭਿਅਤਾ ਦੀ ਦਇਆ ਰਾਮ ਸਾਹਨੀ ਨੇ 1921 ਦੇ ਵਿੱਚ। ਇਹ ਦੋਨੇ ਇੰਪੋਰਟੈਂਟ ਗੱਲਾਂ ਤੁਸੀਂ ਧਿਆਨ ਦੇ ਵਿੱਚ ਨੋਟ ਕਰਕੇ ਜ਼ਰੂਰ ਰੱਖਿਓ। ਨੈਕਸਟ, 5ਵੀਂ ਸਦੀ ਈਸਵੀ ਵਿੱਚ ਗੁਪਤ ਸਾਮਰਾਜ ਦੇ ਪਤਨ ਦੇ ਕਿਸ ਦੇ ਸਿੱਟੇ ਵਜੋਂ ਹੋਇਆ ਸੀਗਾ? ਕੁੱਲ ਮਿਲਾ ਕੇ ਗੁਪਤ ਸਾਮਰਾਜ ਦਾ ਜੋ ਪਤਨ ਹੋਇਆ ਸੀ, ਕਿਹਦੇ ਸਿੱਟੇ ਵਜੋਂ ਹੋਇਆ ਸੀ? ਚਾਲੁਕਿਆ ਦੇ ਹਮਲੇ, ਯੂਨਾਨੀਆਂ ਦੇ ਹਮਲੇ, ਹੂਣਾਂ ਦੇ ਹਮਲੇ ਜਾਂ ਪੱਲਵਾਂ ਦੇ ਹਮਲੇ? ਸੋ ਇਹ ਹੋਇਆ ਸੀਗਾ ਹੂਣਾਂ ਦੇ ਹਮਲੇ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਨੈਕਸਟ, ਸਖਸੰਮਤ ਕੈਲੰਡਰ ਦੀ ਸ਼ੁਰੂਆਤ ਕਿਸ ਨੇ ਅਤੇ ਕਦੋਂ ਕੀਤੀ ਸੀਗੀ? ਸੋ ਇਹਦੀ ਸ਼ੁਰੂਆਤ ਕਦੋਂ ਅਤੇ ਕਿਸ ਨੇ ਕੀਤੀ ਸੀ? 58 ਈਸਵੀ ਪੂਰਵ ਵਿੱਚ ਕਦੀਫੀਸਸ ਨੇ, 78 ਈਸਵੀ ਵਿੱਚ ਰੁਦਰਦਮਨ ਨੇ, 58 ਈਸਵੀ ਪੂਰਵ ਵਿੱਚ ਬਿਕਰਮਦੱਤਿਆ ਨੇ ਜਾਂ 58 ਈਸਵੀ ਵਿੱਚ ਕਨਿਕਸ਼ਕ ਨੇ? ਸੋ ਸਖਸੰਮਤ ਦੀ ਜੋ ਸਥਾਪਨਾ ਕੀਤੀ ਸੀਗੀ ਜਾਂ ਸ਼ੁਰੂਆਤ ਕੀਤੀ ਸੀਗੀ, ਇਹ ਕੀਤੀ ਸੀਗੀ 78 ਈਸਵੀ ਵਿੱਚ ਕਨਿਕਸ਼ਕ ਨੇ ਜਾਂ ਕਨਿਕਸ਼ਕ ਨੇ ਦੁਆਰਾ ਸਖਸੰਮਤ ਦੀ ਸ਼ੁਰੂਆਤ ਕੀਤੀ ਸੀਗੀ 78 ਈਸਵੀ ਪੂਰਵ ਦੇ ਵਿੱਚ। ਆਪਸ਼ਨ D ਇਜ਼ ਦਾ ਰਾਈਟ ਆਨਸਰ। ਸੋ ਇਹ ਸੀ ਅੱਜ ਦੀ ਇੰਨੀ ਕੁ ਜਾਣਕਾਰੀ। ਟੋਟਲ ਕੁੱਲ 20 ਪ੍ਰਸ਼ਨ ਸੀ ਇਹ। ਉਮੀਦ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ। ਸੋ ਆਪਾਂ ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ। ਇਹਦਾ ਜੋ PDF ਆ ਟੈਲੀਗ੍ਰਾਮ ਦੇ ਵਿੱਚ ਮਿਲ ਜੂਗਾ। WhatsApp ਗਰੁੱਪ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਸੋ ਇਸ ਨੰਬਰ ਦੇ ਉੱਪਰ ਤੁਸੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਗੇ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਨੈਕਸਟ ਟੌਪਿਕ ਦੇ ਨਾਲ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।